ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ ਲਾਜ਼ਮੀ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਦੂਜਾ ਭਾਗ ਅਧੀਨ ਆਉਂਦੇ ਅਧਿਆਏ 4 ਇਸ਼ਤਿਹਾਰ 16 ਤੋਂ 20 ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ਼ਤਿਹਾਰ ਬਾਰੇ ਕਿ ਇਸ਼ਤਿਹਾਰ ਕਿਸ ਨੂੰ ਆਖਦੇ ਹਨ। ਅੱਜ ਦੇ ਯੁੱਗ ਨੂੰ ਇਸ਼ਤਿਹਾਰਬਾਜ਼ੀ ਦਾ ਯੁੱਗ ਕਿਹਾ ਜਾਂਦਾ ਹੈ। ਕਿਸੇ ਅਖਬਾਰ ਜਾਂ ਮੈਗਜ਼ੀਨ ਦੇ ਪੰਨੇ ਫਰੋਲੋ ਤਾਂ ਭਾਂਤ-ਭਾਂਤ ਦੇ ਇਸ਼ਤਿਹਾਰ ਛਪੇ ਮਿਲਣਗੇ। ਸ਼ਨਿਚਰਵਾਰ ਅਤੇ ਐਤਵਾਰ ਦੇ ਅੰਕਾਂ ਵਿੱਚ ਤਾਂ ਅਨੇਕਾਂ ਪੰਨੇ ਇਸ਼ਤਿਹਾਰਾਂ ਨਾਲ ਹੀ ਭਰੇ ਹੁੰਦੇ ਹਨ। ਇਹ ਇਸ਼ਤਿਹਾਰ ਮੁੱਖ ਤੌਰ 'ਤੇ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਤਾਂ ਉਹ ਜਿਹੜੇ ਕਿਸੇ ਨੇ ਨਿੱਜੀ ਛਪਵਾਏ ਹੁੰਦੇ ਹਨ, ਜਿਵੇਂ ਵਿਆਹ ਸੰਬੰਧੀ, ਗੁੰਮ ਗਈ ਕਿਸੇ ਵਸਤ ਸੰਬੰਧੀ, ਨਾਂ ਬਦਲਣ ਸੰਬੰਧੀ, ਕਰਜ਼ੇ ਸੰਬੰਧੀ, ਅਸਾਮੀਆਂ ਸੰਬੰਧੀ, ਜ਼ਮੀਨ ਵਿਕਾਊ ਦੀ ਸੂਚਨਾ ਬਾਰੇ, ਕਤੂਰੇ ਵਿਕਾਊ ਦੀ ਸੂਚਨਾ ਬਾਰੇ, ਮਕਾਨ ਵਿਕਾਊ ਦੀ ਸੂਚਨਾ, ਕਾਰ ਵਿਕਾਊ ਦੀ ਸੂਚਨਾ ਜਾਂ ਫਿਰ ਕਲਾਕਾਰਾਂ ਦੀ ਲੋੜ ਬਾਰੇ। ਦੂਜੇ ਇਸ਼ਤਿਹਾਰ ਪ੍ਰਾਈਵੇਟ ਜਾਂ ਸਰਕਾਰੀ ਸੰਸਥਾਵਾਂ ਦੇ ਹੁੰਦੇ ਹਨ। ਇਸ ਅਧਿਆਏ ਵਿੱਚ ਪਹਿਲੀ ਕਿਸਮ ਦੇ ਭਾਵ ਨਿੱਜੀ ਇਸ਼ਤਿਹਾਰਾਂ ਬਾਰੇ ਹੀ ਵਿਚਾਰ ਕੀਤੀ ਗਈ ਹੈ, ਕਿਉਂਕਿ ਆਮ ਨਾਗਰਿਕ ਨੂੰ ਇਸ ਵੰਨਗੀ ਦੇ ਇਸ਼ਤਿਹਾਰ ਲਿਖਣ ਦੀ ਲੋੜ ਹੀ ਪੈਂਦੀ ਹੈ। ਜਿਵੇਂ ਵਿਆਹ ਸੰਬੰਧੀ ਇਸ਼ਤਿਹਾਰ ਹੁੰਦੇ ਹਨ। ਵਰ ਦੀ ਲੋੜ, ਵਰ ਦੀ ਲੋੜ ਬਾਰੇ ਇਸ਼ਤਿਹਾਰ ਹੁੰਦਾ ਹੈ। MA ਪੰਜਾਬੀ, ਕੱਦ 5 ਫੁੱਟ 8 ਇੰਚ, ਉਮਰ 24 ਸਾਲ, ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਸੇਵਾ ਨਿਭਾ ਰਹੀ ਸੁੰਦਰ ਲੜਕੀ ਲਈ ਸਰਕਾਰੀ ਨੌਕਰੀ ਕਰਦੇ ਲੜਕੇ ਦੀ ਵਰ ਵਜੋਂ ਜ਼ਰੂਰਤ ਹੈ। ਦਾਜ ਮੰਗਣ ਵਾਲੇ ਮੁਆਫ਼ ਕਰਨ, ਵਿਆਹ ਛੇਤੀ, ਬਠਿੰਡਾ ਮਾਨਸਾ ਨੂੰ ਪਹਿਲ, ਚਾਹਵਾਨ ਤੁਰੰਤ ਸੰਪਰਕ ਕਰੋ। ਇਸ ਤਰ੍ਹਾਂ ਵਰ ਦੀ ਲੋੜ ਬਾਰੇ ਇਸ਼ਤਿਹਾਰ ਨਿੱਜੀ ਤੌਰ 'ਤੇ ਛਪਵਾਏ ਜਾਂਦੇ ਹਨ। ਇਸੇ ਤਰ੍ਹਾਂ ਕੰਨਿਆ ਦੀ ਲੋੜ ਬਾਰੇ ਇਸ਼ਤਿਹਾਰ ਸਿਵਲ ਇੰਜੀਨੀਅਰ, ਕੱਦ 5 ਫੁੱਟ 10 ਇੰਚ, 26 ਸਾਲਾ, ਸਿਹਤਮੰਦ, ਸਰਕਾਰੀ ਨੌਕਰੀ ਕਰਦੇ ਲੜਕੇ ਲਈ ਡਾਕਟਰ ਜਾਂ ਇੰਜੀਨੀਅਰ ਲੜਕੀ ਦੀ ਜੀਵਨ ਸਾਥਣ ਵਜੋਂ ਲੋੜ ਹੈ। ਕੋਈ ਦਾਜ ਦਹੇਜ ਨਹੀਂ, ਵਿਆਹ ਛੇਤੀ, ਚਾਹਵਾਨ ਸੰਪਰਕ ਕਰਨ। ਇਹਨਾਂ ਇਸ਼ਤਿਹਾਰਾਂ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਸੁਖਾਲਾ ਕਰ ਦਿੱਤਾ ਹੈ। ਪੁਰਾਣੇ ਸਮੇਂ ਵਿੱਚ ਯੋਗ ਵਰ ਜਾਂ ਕੰਨਿਆ ਲੱਭਣਾ ਹੁੰਦਾ ਸੀ ਤਾਂ ਨਾਈ, ਬ੍ਰਾਹਮਣ, ਰਿਸ਼ਤੇਦਾਰਾਂ ਅਤੇ ਹੋਰ ਕਈ ਜਾਣ ਪਹਿਚਾਣ ਦੇ ਲੋਕਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ। ਪਰ ਹੁਣ ਥੋੜ੍ਹੇ ਖਰਚ ਨਾਲ ਵਿਆਹ ਸੰਬੰਧੀ ਇਸ਼ਤਿਹਾਰ ਛਪਵਾ ਕੇ ਇਹ ਸੂਚਨਾ ਹਜ਼ਾਰਾਂ ਲੱਖਾਂ ਪਰਿਵਾਰਾਂ ਤੱਕ ਪਹੁੰਚਾਈ ਜਾ ਸਕਦੀ ਹੈ ਅਤੇ ਯੋਗ ਵਰ ਲਈ ਯੋਗ ਕੰਨਿਆ ਅਤੇ ਯੋਗ ਕੰਨਿਆ ਲਈ ਯੋਗ ਵਰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। ਇਸੇ ਤਰ੍ਹਾਂ ਨਾਂ ਬਦਲੀ ਬਾਰੇ ਇਸ਼ਤਿਹਾਰ ਹੁੰਦੇ ਹਨ। ਜਿਵੇਂ ਨਾਂ ਬਦਲੀ ਬਾਰੇ ਇਸ਼ਤਿਹਾਰ ਹੈ, ਮੈਂ ਗੁਰਜੀਤ ਸਿੰਘ ਪੁੱਤਰ ਜਗੀਰ ਸਿੰਘ
ਪਿੰਡ ਅੱਤੇਪੁਰ, ਡਾਕਖਾਨਾ ਉਦਨਵਾਲ, ਜ਼ਿਲ੍ਹਾ ਗੁਰਦਾਸਪੁਰ ਨੇ ਆਪਣਾ ਨਾਮ ਬਦਲ ਕੇ ਗੁਰਜੀਤ ਸਿੰਘ ਤੋਂ ਗੁਰਜੀਤ ਸਿੰਘ ਘੁੰਮਣ ਰੱਖ ਲਿਆ ਹੈ। ਸੰਬੰਧਿਤ ਨੋਟ ਕਰਨ। ਇਸ ਤਰ੍ਹਾਂ ਅਸੀਂ ਨਾਂ ਬਦਲੀ ਬਾਰੇ ਇਸ਼ਤਿਹਾਰ ਦੇ ਸਕਦੇ ਹਾਂ। ਇਸ਼ਤਿਹਾਰਬਾਜ਼ੀ ਤਰ੍ਹਾਂ ਤਰ੍ਹਾਂ ਦੇ ਸਾਧਨਾਂ ਰਾਹੀਂ ਕੀਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਢੋਲ ਵਜਾ ਕੇ ਪਹਿਲਾਂ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਸੀ, ਫਿਰ ਉੱਚੀ ਆਵਾਜ਼ ਵਿੱਚ ਸੂਚਨਾ ਸੁਣਾ ਦਿੱਤੀ ਜਾਂਦੀ ਸੀ। ਇਸ ਨੂੰ ਮੁਨਾਦੀ ਕਰਨਾ ਅਰਥਾਤ ਢੰਡੋਰਾ ਪਿੱਟਣਾ ਜਾਂ ਡੌਂਡੀ ਪਿੱਟਣਾ ਕਿਹਾ ਜਾਂਦਾ ਸੀ। ਪਰ ਇਹ ਸੂਚਨਾ ਜ਼ਿਆਦਾਤਰ ਹਾਕਮਾਂ ਦੇ ਹੁਕਮ ਦੇ ਰੂਪ ਵਿੱਚ ਹੀ ਹੁੰਦੀ ਸੀ। ਅਜੋਕੀ ਇਸ਼ਤਿਹਾਰਬਾਜ਼ੀ ਵੰਨਗੀ ਦੇ ਪਸਾਰ ਪੱਖੋਂ ਕਾਫੀ ਭਿੰਨ ਹੈ। ਵੱਡੀ ਗਿਣਤੀ ਵਿੱਚ ਛਪਦੀਆਂ ਅਖਬਾਰਾਂ, ਰਿਸਾਲੇ ਅਤੇ ਦੂਰ ਦੂਰ ਤੱਕ ਪ੍ਰਸਾਰਨ ਕਰਦੇ ਰੇਡੀਓ, ਟੈਲੀਵਿਜ਼ਨ ਜਿਹੇ ਸਾਧਨਾਂ ਸਦਕਾ ਇਸ਼ਤਿਹਾਰ ਦੇ ਰੂਪ ਵਿੱਚ ਕੋਈ ਵੀ ਸੂਚਨਾ ਲੱਖਾਂ ਲੋਕਾਂ ਤੱਕ ਸਹਿਜੇ ਹੀ ਪਹੁੰਚਾਈ ਜਾ ਸਕਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ਼ਤਿਹਾਰ ਕਿਉਂ ਦਿੱਤੇ ਜਾਂਦੇ ਹਨ? ਕਿਉਂ ਅਖਬਾਰ, ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ? ਤਾਂ ਇਸ ਸਵਾਲ ਦਾ ਜਵਾਬ ਹੈ ਕਿ ਕਿਸੇ ਚੀਜ਼ ਜਾਂ ਗੱਲ ਬਾਰੇ ਸੂਚਨਾ ਬਹੁਤਿਆਂ ਤੱਕ ਪਹੁੰਚਾਉਣ ਲਈ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਆਮ ਅਰਥਾਂ ਵਿੱਚ ਇਸ਼ਤਿਹਾਰ ਨੂੰ ਮਸ਼ਹੂਰੀ ਕਿਹਾ ਜਾਂਦਾ ਹੈ। ਤੁਸੀਂ ਨੋਟ ਕੀਤਾ ਹੋਵੇਗਾ ਕਿ ਜਦੋਂ ਵੀ ਅਸੀਂ ਟੈਲੀਵਿਜ਼ਨ 'ਤੇ ਆਪਣੀ ਮਨਪਸੰਦੀ ਦਾ ਕੋਈ ਪ੍ਰੋਗਰਾਮ ਦੇਖਦੇ ਹਾਂ ਤਾਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਮਸ਼ਹੂਰੀਆਂ ਆਉਂਦੀਆਂ ਹਨ। ਇਹ ਮਸ਼ਹੂਰੀਆਂ ਇਸ਼ਤਿਹਾਰਬਾਜ਼ੀ ਹੀ ਤਾਂ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਕਿਸੇ ਸੂਚਨਾ ਨੂੰ ਜਾਂ ਚੰਗੀ ਜਾਣਕਾਰੀ ਨੂੰ ਵਧੇਰੇ ਲੋਕਾਂ ਤੱਕ ਛੇਤੀ ਪਹੁੰਚਾਇਆ ਜਾ ਸਕੇ। ਹੁਣ ਆਪਾਂ ਗੱਲ ਕਰਾਂਗੇ ਬਾਕਸ ਨੰਬਰ ਬਾਰੇ। ਕਈ ਵਾਰੀ ਆਪਣਾ ਪਤਾ ਇਸ਼ਤਿਹਾਰ ਵਿੱਚ ਦੇਣ ਦੀ ਥਾਂ ਬਾਕਸ ਨੰਬਰ ਦੇ ਦਿੱਤਾ ਜਾਂਦਾ ਹੈ ਅਤੇ ਇਸ਼ਤਿਹਾਰ ਵਿੱਚ ਕੇਵਲ ਬਾਕਸ ਨੰਬਰ ਛਪਦਾ ਹੈ। ਇਸ਼ਤਿਹਾਰ ਦੇ ਉੱਤਰ ਵਿੱਚ ਸਾਰੀਆਂ ਚਿੱਠੀਆਂ ਬਾਕਸ ਨੰਬਰ ਅਨੁਸਾਰ ਅਖਬਾਰ ਦੇ ਪਤੇ 'ਤੇ ਜਾਂਦੀਆਂ ਹਨ। ਉੱਥੋਂ ਇਹ ਸੰਬੰਧਿਤ ਧਿਰ ਨੂੰ ਇਕੱਠੀਆਂ ਹੀ ਭੇਜ ਦਿੱਤੀਆਂ ਜਾਂਦੀਆਂ ਹਨ। ਜਿਵੇਂ ਮਕਾਨ ਵਿਕਾਊ ਹੈ, ਇਸ਼ਤਿਹਾਰ ਦੇਣਾ ਹੋਵੇ ਤਾਂ ਅਸੀਂ ਲਿਖ ਸਕਦੇ ਹਾਂ ਮਾਡਲ ਟਾਊਨ ਜਲੰਧਰ ਵਿਖੇ 4 ਮਰਲਿਆਂ 'ਚ ਬਣਿਆ 3 ਕਮਰਿਆਂ ਵਾਲਾ ਮਕਾਨ ਵਿਕਾਊ ਹੈ। ਬਿਜਲੀ, ਪਾਣੀ, ਸੀਵਰੇਜ, ਲੱਕੜ, ਰੰਗ ਦੇ ਫਰਸ਼ਾਂ ਦਾ ਕੰਮ ਮੁਕੰਮਲ, ਚਾਹਵਾਨ ਸੰਪਰਕ ਕਰਨ। ਬਾਕਸ ਨੰਬਰ 109, ਰੋਜ਼ਾਨਾ ਅਜੀਤ, ਜਲੰਧਰ। ਇਸ ਤਰ੍ਹਾਂ ਇਸ਼ਤਿਹਾਰ ਵਿੱਚ ਪਤਾ ਦੇਣ ਦੀ ਥਾਂ ਬਾਕਸ ਨੰਬਰ ਦੇ ਦਿੱਤਾ ਜਾਂਦਾ ਹੈ। ਨਿੱਜੀ ਇਸ਼ਤਿਹਾਰਾਂ ਦੇ ਅਨੇਕਾਂ ਵਿਸ਼ੇ ਹੋ ਸਕਦੇ ਹਨ। ਇਹਨਾਂ ਦੀ ਕੋਈ ਸੀਮਾ ਨਹੀਂ ਹੁੰਦੀ। ਸਮਾਜਿਕ ਤਬਦੀਲੀਆਂ ਅਨੁਸਾਰ ਨਵੇਂ ਤੋਂ ਨਵੇਂ ਵਿਸ਼ਿਆਂ ਬਾਰੇ ਇਸ਼ਤਿਹਾਰ ਦਿੱਤੇ ਜਾਂਦੇ ਹਨ। ਇਹ ਇਸ਼ਤਿਹਾਰ ਕਿਸੇ ਸਮੇਂ ਦੀਆਂ ਸਮਾਜਿਕ ਲੋੜਾਂ ਜਾਂ ਸਮਾਜਿਕ ਤਬਦੀਲੀਆਂ ਦਾ ਸ਼ੀਸ਼ਾ ਵੀ ਹੁੰਦੇ ਹਨ। ਜਿਵੇਂ ਪਿਛਲੇ ਸਾਲਾਂ ਤੋਂ ਪਿਤਾ ਜਾਂ ਮਾਤਾ ਵੱਲੋਂ ਆਪਣੇ ਕਿਸੇ ਪੁੱਤ ਜਾਂ ਧੀ ਨੂੰ ਆਪਣੀ ਚੱਲ ਅਚਲ ਜਾਇਦਾਦ ਤੋਂ
ਬੇਦਖਲ ਕਰਨ ਦੇ ਇਸ਼ਤਿਹਾਰ ਵਧੇ ਹਨ। ਇਹ ਵੱਧ ਰਹੇ ਸਮਾਜਿਕ ਤਣਾਅ ਵੱਲ ਸੰਕੇਤ ਕਰਦੇ ਹਨ। ਜਿਵੇਂ ਬੇਦਖਲੀ ਨੋਟਿਸ ਹੈ, ਮੈਂ ਆਪਣੇ ਪੁੱਤਰ ਰਾਜਿੰਦਰ ਸਿੰਘ ਅਤੇ ਨੂੰਹ ਪਰਮਜੀਤ ਕੌਰ, ਜੋ ਮੇਰੇ ਕਹਿਣੇ ਤੋਂ ਬਾਹਰ ਹਨ, ਆਪਣੀ ਹਰ ਕਿਸਮ ਦੀ ਚੱਲ ਤੇ ਅਚਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਅੱਜ ਤੋਂ ਬਾਅਦ ਇਹਨਾਂ ਨਾਲ ਲੈਣ ਦੇਣ ਕਰਨ ਵਾਲੇ ਖੁਦ ਜ਼ਿੰਮੇਵਾਰ ਹੋਣਗੇ। ਹਰਕੀਰਤ ਸਿੰਘ ਸਪੁੱਤਰ ਮੱਖਣ ਸਿੰਘ, ਪਿੰਡ ਤੇ ਡਾਕਖਾਨਾ ਬਹਿਣੀਵਾਲ, ਜ਼ਿਲ੍ਹਾ ਮਾਨਸਾ। ਇਸ ਤਰ੍ਹਾਂ ਪਿਤਾ ਜਾਂ ਮਾਤਾ ਆਪਣੇ ਪੁੱਤ ਜਾਂ ਧੀ ਨੂੰ ਆਪਣੀ ਚੱਲ ਅਚਲ ਜਾਇਦਾਦ ਤੋਂ ਬੇਦਖਲ ਕਰਨ ਦੇ ਇਸ਼ਤਿਹਾਰ ਦੇ ਸਕਦੇ ਹਨ। ਪਰ ਜਦੋਂ ਬੱਚਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਅਤੇ ਉਹ ਆਪਣੀ ਕੀਤੀ ਹੋਈ ਗਲਤੀ ਦਾ ਸੁਧਾਰ ਕਰ ਲੈਣ, ਤਾਂ ਮਾਪੇ ਆਪਣਾ ਬੇਦਖਲੀ ਨੋਟਿਸ ਵਾਪਸ ਵੀ ਲੈ ਸਕਦੇ ਹਨ। ਜਿਵੇਂ ਬੇਦਖਲੀ ਨੋਟਿਸ ਰੱਦ ਕਰਨ ਬਾਰੇ, ਮੈਂ ਆਪਣੇ ਪੁੱਤਰ ਰਜਿੰਦਰ ਸਿੰਘ ਅਤੇ ਨੂੰਹ ਪਰਮਜੀਤ ਕੌਰ ਨੂੰ ਕਿਸੇ ਗਲਤ ਫਹਿਮੀ ਕਾਰਨ ਆਪਣੀ ਚੱਲ ਤੇ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਹੁਣ ਸਾਰੀ ਗੱਲ ਸਪਸ਼ਟ ਹੋ ਜਾਣ ਤੇ ਮੈਂ ਆਪਣਾ ਬੇਦਖਲੀ ਨੋਟਿਸ ਵਾਪਸ ਲੈਂਦਾ ਹਾਂ। ਹਰਕੀਰਤ ਸਿੰਘ ਸਪੁੱਤਰ ਮੱਖਣ ਸਿੰਘ, ਪਿੰਡ ਤੇ ਡਾਕਖਾਨਾ ਬਹਿਣੀਵਾਲ, ਜ਼ਿਲ੍ਹਾ ਮਾਨਸਾ। ਇਸ ਤਰ੍ਹਾਂ ਬੇਦਖਲੀ ਨੋਟਿਸ ਰੱਦ ਕਰਨ ਬਾਰੇ ਵੀ ਇਸ਼ਤਿਹਾਰ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੋਂ ਰਾਹਤ ਪਾਉਣ ਲਈ ਵੀ ਬਹੁਤ ਸਾਰੇ ਨਸ਼ਾ ਛੁਡਾਊ ਕੇਂਦਰਾਂ ਦੁਆਰਾ ਲੋਕਾਂ ਦੇ ਭਲੇ ਲਈ ਇਸ਼ਤਿਹਾਰ ਦਿੱਤੇ ਜਾਂਦੇ ਹਨ। ਜਿਵੇਂ ਇਸ਼ਤਿਹਾਰ ਹੈ, ਘਰ ਬੈਠੇ ਨਸ਼ਾ ਛੱਡੋ। ਅਫੀਮ, ਭੁੱਕੀ, ਸ਼ਰਾਬ, ਸਮੈਕ, ਤੰਬਾਕੂ, ਪੋਸਤ, ਸਿਗਰਟ, ਟੀਕੇ, ਗੋਲੀਆਂ ਆਦਿ ਹਰ ਪ੍ਰਕਾਰ ਦੇ ਨਸ਼ੇ ਬਿਨਾਂ ਕਿਸੇ ਤਕਲੀਫ ਦੇ ਘਰ ਬੈਠੇ ਛੱਡੋ। ਕੋਈ ਉਲਟਾ ਅਸਰ ਨਹੀਂ, ਘੱਟ ਖਰਚ। ਮਿਲੋ ਡਾਕਟਰ ਰਵਿੰਦਰ ਕੁਮਾਰ, ਛੇਹਰਟਾ ਰੋਡ, ਸ਼੍ਰੀ ਅੰਮ੍ਰਿਤਸਰ ਸਾਹਿਬ। ਇਸ ਤਰ੍ਹਾਂ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਕਾਬੂ ਕਰਨ ਲਈ ਵੀ ਇਸ਼ਤਿਹਾਰ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਅਜੋਕੇ ਦੌਰ ਵਿੱਚ ਲੋਕਾਂ ਦੀ ਰੁਚੀ ਪੰਜਾਬੀ ਰੰਗਮੰਚ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਵੱਧਦੀ ਜਾ ਰਹੀ ਹੈ। ਇਸ ਬਾਰੇ ਇਸ਼ਤਿਹਾਰ ਵੀ ਦਿੱਤੇ ਜਾ ਸਕਦੇ ਹਨ। ਜਿਵੇਂ ਇਸ਼ਤਿਹਾਰ ਹੈ, ਕਲਾਕਾਰਾਂ ਦੀ ਲੋੜ। ਪੰਜਾਬੀ ਰੰਗਮੰਚ ਅਤੇ ਸੱਭਿਆਚਾਰਕ ਸਮਾਗਮਾਂ 'ਚ ਰੁਚੀ ਤੇ ਮੁਹਾਰਤ ਰੱਖਣ ਵਾਲੇ ਕਲਾਕਾਰਾਂ ਦੀ ਤੁਰੰਤ ਜ਼ਰੂਰਤ ਹੈ। ਚਾਹਵਾਨ ਤਾਜ਼ਾ ਫੋਟੋ, ਤਜਰਬੇ ਅਤੇ ਵਿਦਿਅਕ ਯੋਗਤਾ ਦੇ ਅਸਲ ਦਸਤਾਵੇਜ਼ਾਂ ਸਮੇਤ ਮਿਲੋ ਜਾਂ ਲਿਖੋ। ਕਮਰਾ ਨੰਬਰ 22, ਦੂਰਦਰਸ਼ਨ ਕੇਂਦਰ, ਜਲੰਧਰ। ਹੁਣ ਅਸੀਂ ਆਪਣੇ ਪਾਠਕ੍ਰਮ ਵਿੱਚ ਸ਼ਾਮਿਲ ਇਸ਼ਤਿਹਾਰ 16 ਤੋਂ 20 ਬਾਰੇ ਗੱਲਬਾਤ ਕਰਾਂਗੇ। ਨੰਬਰ ਇਸ਼ਤਿਹਾਰ ਹੈ, ਅਸਾਮੀਆਂ। ਹਰ ਇੱਕ ਪੜ੍ਹੇ ਲਿਖੇ ਅਤੇ ਸੂਝਵਾਨ ਨਾਗਰਿਕ ਨੂੰ ਆਪਣੀ ਉਪਜੀਵਿਕਾ ਕਮਾਉਣ ਲਈ ਨੌਕਰੀ ਦੀ ਜ਼ਰੂਰਤ ਹੁੰਦੀ ਹੈ। ਕਿਸੇ ਵੀ ਇਨਸਾਨ ਕੋਲ ਇੰਨਾ ਸਮਾਂ ਜਾਂ ਸਾਧਨ ਨਹੀਂ ਹੁੰਦੇ ਕਿ ਉਹ ਨਿੱਜੀ ਤੌਰ 'ਤੇ ਕਿਸੇ ਕੰਪਨੀ ਜਾਂ ਸੰਸਥਾ ਦੇ ਪ੍ਰਬੰਧਕ ਨੂੰ ਮਿਲੇ।
ਅਤੇ ਆਪਣੀ ਯੋਗਤਾ ਬਾਰੇ ਦੱਸੇ। ਇਸ ਕਰਕੇ ਉਸ ਨੂੰ ਅਖਬਾਰ, ਰੇਡੀਓ ਅਤੇ ਟੈਲੀਵਿਜ਼ਨ ਉੱਤੇ ਆਉਂਦੇ ਇਸ਼ਤਿਹਾਰਾਂ ਦੇ ਮਾਧਿਅਮ ਰਾਹੀਂ ਖਾਲੀ ਅਸਾਮੀਆਂ ਦਾ ਪਤਾ ਲੱਗਦਾ ਰਹਿੰਦਾ ਹੈ। ਜੇਕਰ ਉਸ ਦਾ ਤਜਰਬਾ ਅਤੇ ਯੋਗਤਾ ਉਸ ਸੰਸਥਾ ਜਾਂ ਕੰਪਨੀ ਦੀਆਂ ਸ਼ਰਤਾਂ ਨਾਲ ਮੇਲ ਖਾਂਦਾ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਹੈ। ਜਿਵੇਂ ਅਸਾਮੀਆਂ ਬਾਰੇ ਇਸ਼ਤਿਹਾਰ ਹੈ, ਨਿੱਜੀ ਕੰਪਨੀਆਂ ਨੂੰ ਪ੍ਰਬੰਧਕ, ਸੁਪਰਵਾਈਜ਼ਰ, ਸੁਰੱਖਿਆ ਕਰਮੀ, ਕਲਰਕ, ਚੌਕੀਦਾਰ ਅਤੇ ਸੇਵਾਦਾਰਾਂ ਦੀ ਤੁਰੰਤ ਜ਼ਰੂਰਤ ਹੈ। ਤਨਖਾਹ, ਯੋਗਤਾ ਅਤੇ ਤਜਰਬੇ ਅਨੁਸਾਰ ਖਾਣਾ, ਰਿਹਾਇਸ਼ ਅਤੇ ਵਰਦੀ ਮੁਫਤ। ਚਾਹਵਾਨ ਸੰਪਰਕ ਕਰਨ। ਇਸ ਤਰ੍ਹਾਂ ਅਸੀਂ ਅਸਾਮੀਆਂ ਬਾਰੇ ਦਿੱਤੇ ਹੋਏ ਇਸ਼ਤਿਹਾਰਾਂ ਤੋਂ ਲਾਹਾ ਪ੍ਰਾਪਤ ਕਰ ਸਕਦੇ ਹਾਂ। 17 ਨੰਬਰ ਇਸ਼ਤਿਹਾਰ ਹੈ ਕਰਜ਼ੇ ਬਾਰੇ। ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਸਮਾਨ ਨੂੰ ਛੂਹਣ ਦੇ ਸੁਪਨੇ ਦੇਖਦਾ ਹੈ, ਪਰ ਕਈ ਵਾਰ ਉਸ ਦੇ ਹਾਲਾਤ ਉਸ ਨੂੰ ਅੱਗੇ ਨਹੀਂ ਵਧਣ ਦਿੰਦੇ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਸੰਸਥਾ ਜਾਂ ਕੰਪਨੀ ਉਸ ਦੀ ਆਰਥਿਕ ਤੌਰ 'ਤੇ ਮਦਦ ਕਰਕੇ ਉਸ ਦੀ ਰੁਕ ਰਹੀ ਗੱਡੀ ਨੂੰ ਧੱਕਾ ਲਾ ਦੇਵੇ ਤਾਂ ਉਹ ਬੁਲੰਦੀਆਂ ਨੂੰ ਛੂਹ ਸਕਦਾ ਹੈ। ਇਸ ਕੰਮ ਵਿੱਚ ਕਰਜ਼ਾ ਉਸ ਦੀ ਮਦਦ ਕਰ ਸਕਦਾ ਹੈ। ਉਹ ਅਖਬਾਰ ਵਿੱਚ ਆਉਂਦੇ ਇਸ ਤਰ੍ਹਾਂ ਦੇ ਇਸ਼ਤਿਹਾਰ ਦੇਖਦਾ ਰਹੇ ਤਾਂ ਜੋ ਉਸ ਦੀ ਮਦਦ ਹੋ ਸਕੇ। ਜਿਵੇਂ ਕਰਜ਼ੇ ਬਾਰੇ ਇਸ਼ਤਿਹਾਰ ਹੈ, ਪਲਾਟ ਖਰੀਦਣ, ਮਕਾਨ ਬਣਾਉਣ, ਉਦਯੋਗਿਕ ਇਕਾਈ ਲਾਉਣ, ਵਪਾਰ ਸੰਬੰਧੀ ਅਤੇ ਮਸ਼ੀਨਰੀ ਦੀ ਖਰੀਦਦਾਰੀ ਲਈ ਘੱਟ ਵਿਆਜ ਅਤੇ ਆਸਾਨ ਕਿਸ਼ਤਾਂ 'ਤੇ ਕਰਜ਼ਾ ਲਓ, ਕੋਈ ਫਾਈਲ ਖਰਚਾ ਨਹੀਂ, ਘੱਟ ਕਾਗਜ਼ੀ ਕਾਰਵਾਈ। ਚਾਹਵਾਨ ਸੰਪਰਕ ਕਰਨ। ਮਿਲੋ ਰਾਮਪਾਲ ਕੰਪਨੀ, ਨੇੜੇ ਬੱਸ ਸਟੈਂਡ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਇਸ ਤਰ੍ਹਾਂ ਕਰਜ਼ੇ ਬਾਰੇ ਇਸ਼ਤਿਹਾਰਾਂ ਤੋਂ ਉਹ ਇਨਸਾਨ ਲਾਹਾ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨੂੰ ਆਪਣੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨ ਦੇ ਲਈ ਕਰਜ਼ੇ ਦੀ ਜ਼ਰੂਰਤ ਹੁੰਦੀ ਹੈ। 18 ਨੰਬਰ ਇਸ਼ਤਿਹਾਰ ਹੈ ਪਰਸ ਲੱਭਿਆ। ਕਈ ਵਾਰ ਸਮਾਗਮ ਜਾਂ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਅਸੀਂ ਆਪਣਾ ਸਮਾਨ ਗਵਾ ਬੈਠਦੇ ਹਾਂ। ਇਹ ਕਿਸੇ ਚੋਰ ਉਚੱਕੇ ਦਾ ਕੰਮ ਵੀ ਹੋ ਸਕਦਾ ਹੈ ਅਤੇ ਸਾਡੀ ਅਣਗਹਿਲੀ ਵੀ ਹੋ ਸਕਦੀ ਹੈ। ਪਰ ਜੇਕਰ ਗੁਆਚੀ ਹੋਈ ਚੀਜ਼ ਵਿੱਚ ਸਾਡੇ ਜ਼ਰੂਰੀ ਦਸਤਾਵੇਜ਼ ਹੋਣ ਤਾਂ ਫਿਰ ਜ਼ਿੰਦਗੀ ਦੀ ਸਾਰੀ ਮਿਹਨਤ 'ਤੇ ਪਾਣੀ ਫਿਰ ਗਿਆ ਸਮਝੋ। ਇਹੋ ਜਿਹੀ ਸਥਿਤੀ ਵਿੱਚ ਜੇਕਰ ਕੋਈ ਫਰਿਸ਼ਤਾ ਬਣ ਕੇ ਆਵੇ ਅਤੇ ਸਾਡੀ ਗੁਆਚੀ ਹੋਈ ਚੀਜ਼ ਸਾਨੂੰ ਵਾਪਸ ਕਰ ਦੇਵੇ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਖੋਈ ਹੋਈ ਚੀਜ਼ ਉਸ ਦੇ ਮਾਲਕ ਤੱਕ ਪਹੁੰਚਾਉਣ ਦਾ ਮਾਧਿਅਮ ਇਸ਼ਤਿਹਾਰ ਹੀ ਹੈ। ਅਸੀਂ ਅਖਬਾਰ, ਰੇਡੀਓ ਜਾਂ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਚੀਜ਼ ਦੇ ਅਸਲੀ ਹੱਕਦਾਰ ਤੱਕ ਸੁਨੇਹਾ ਪਹੁੰਚਾ ਸਕਦੇ ਹਾਂ। ਜਿਵੇਂ 18 ਨੰਬਰ ਇਸ਼ਤਿਹਾਰ ਹੈ ਪਰਸ ਲੱਭਿਆ। ਇੱਕ ਪਰਸ ਬੱਸ ਅੱਡਾ ਮੁਹਾਲੀ ਤੋਂ ਪਿਛਲੇ ਦਿਨੀ ਲੱਭਾ ਹੈ। ਇਸ ਪਰਸ ਵਿੱਚ ਕੁਝ ਨਕਦੀ, ਸੋਨੇ ਦੇ ਗਹਿਣੇ ਅਤੇ ਕੁਝ ਹੋਰ ਵਸਤਾਂ ਹਨ। ਇਸ ਪਰਸ ਦਾ ਮਾਲਕ ਜਾਂ ਮਾਲਕਣ ਪਰਸ ਦਾ ਰੰਗ ਅਤੇ ਹੋਰ ਪਛਾਣ ਦੱਸ ਕੇ ਹਾਸਲ ਕਰ ਸਕਦਾ ਹੈ। ਗਿਆਨੀ ਨਰਿੰਦਰ ਸਿੰਘ, ਫੇਜ਼ 8, ਸਾਹਿਬਜ਼ਾਦਾ ਅਜੀਤ ਸਿੰਘ
ਨਗਰ। ਇਸ ਤਰ੍ਹਾਂ ਅਸੀਂ ਕਿਸੇ ਵੀ ਖੋਈ ਹੋਈ ਚੀਜ਼ ਬਾਰੇ ਇਸ਼ਤਿਹਾਰ ਦੇ ਕੇ ਉਸ ਦੇ ਅਸਲੀ ਮਾਲਕ ਤੱਕ ਸੁਨੇਹਾ ਪਹੁੰਚਾ ਸਕਦੇ ਹਾਂ। 19 ਨੰਬਰ ਇਸ਼ਤਿਹਾਰ ਹੈ ਮਕਾਨ ਕਿਰਾਏ 'ਤੇ ਦੇਣ ਲਈ। ਸਾਨੂੰ ਆਪਣੀ ਉਪਜੀਵਿਕਾ ਕਮਾਉਣ ਲਈ ਆਪਣੇ ਘਰ ਤੋਂ ਬਾਹਰ ਜਾ ਕੇ ਕੰਮ ਕਰਨਾ ਪੈਂਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕੁਝ ਕਾਰਨਾਂ ਕਰਕੇ ਸਾਨੂੰ ਆਪਣੀ ਰਿਹਾਇਸ਼ ਤੋਂ ਕੋਹਾਂ ਦੂਰ ਜਾ ਕੇ ਨੌਕਰੀ ਕਰਨੀ ਪੈਂਦੀ ਹੈ। ਸਾਡੇ ਲਈ ਸੰਭਵ ਨਹੀਂ ਹੁੰਦਾ ਕਿ ਹਰ ਰੋਜ਼ ਨੌਕਰੀ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਆ ਸਕੀਏ। ਸਾਡੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਨੌਕਰੀ ਵਾਲੀ ਥਾਂ ਦੇ ਨੇੜੇ ਹੀ ਕੋਈ ਮਕਾਨ ਕਿਰਾਏ 'ਤੇ ਲੈ ਕੇ ਰਹੀਏ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਘੱਟ ਕਿਰਾਏ 'ਤੇ ਵਧੀਆ ਸਹੂਲਤ ਵਾਲਾ ਮਕਾਨ ਮਿਲੇ। ਮਕਾਨ ਮਾਲਕ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਉਹ ਆਪਣਾ ਮਕਾਨ ਕਿਰਾਏ 'ਤੇ ਦੇਣਾ ਚਾਹੁੰਦਾ ਹੈ ਤਾਂ ਜੋ ਲੋੜਵੰਦ ਦੀ ਮਦਦ ਹੋ ਸਕੇ, ਤਾਂ ਉਹ ਇਸ਼ਤਿਹਾਰ ਦੇ ਮਾਧਿਅਮ ਰਾਹੀਂ ਆਪਣੀ ਸਮੱਸਿਆ ਦਾ ਹੱਲ ਕਰ ਸਕਦਾ ਹੈ। ਇਸ਼ਤਿਹਾਰ ਰਾਹੀਂ ਮਕਾਨ ਮਾਲਕ ਅਤੇ ਕਿਰਾਏਦਾਰ ਦੋਹਾਂ ਨੂੰ ਆਸਾਨ ਹੋ ਜਾਂਦਾ ਹੈ। ਮਕਾਨ ਕਿਰਾਏ 'ਤੇ ਦੇਣ ਲਈ ਇਸ਼ਤਿਹਾਰ ਹੈ। ਮਾਡਲ ਟਾਊਨ ਲੁਧਿਆਣਾ ਵਿਖੇ 2 ਕਮਰਿਆਂ ਵਾਲਾ ਮਕਾਨ ਜਿਸ ਵਿੱਚ ਰਸੋਈ ਅਤੇ ਗੁਸਲਖਾਨਾ ਸ਼ਾਮਿਲ ਹਨ, ਕਿਰਾਏ 'ਤੇ ਦੇਣ ਲਈ ਖਾਲੀ ਹੈ। ਛੋਟੇ ਪਰਿਵਾਰ ਵਾਲੇ ਮਿਲੋ ਜਾਂ ਸੰਪਰਕ ਕਰੋ। ਵਿੱਕੀ ਮਸੀਹ ਪੁੱਤਰ ਸਰਦਾਰ ਮਸੀਹ, ਮਾਡਲ ਟਾਊਨ ਲੁਧਿਆਣਾ। ਇਸ ਤਰ੍ਹਾਂ ਇਸ਼ਤਿਹਾਰ ਦੇ ਮਾਧਿਅਮ ਰਾਹੀਂ ਮਕਾਨ ਮਾਲਕ ਆਪਣਾ ਮਕਾਨ ਕਿਰਾਏ 'ਤੇ ਦੇ ਸਕਦੇ ਹਨ ਅਤੇ ਲੋੜਵੰਦ ਉਸ ਮਕਾਨ ਨੂੰ ਕਿਰਾਏ 'ਤੇ ਲੈ ਸਕਦੇ ਹਨ। 20 ਨੰਬਰ ਇਸ਼ਤਿਹਾਰ ਹੈ ਸਿੱਖਿਆ। ਕਈ ਵਾਰੀ ਅਸੀਂ ਘਰ ਬੈਠੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੋਈ ਡਿਗਰੀ ਪ੍ਰਾਪਤ ਕਰਕੇ ਆਪਣੇ ਗਿਆਨ ਅਤੇ ਯੋਗਤਾ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਸਿੱਖਿਆ ਸੰਬੰਧੀ ਛਪੇ ਹੋਏ ਇਸ਼ਤਿਹਾਰ ਦੇਖਣੇ ਚਾਹੀਦੇ ਹਨ। ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੁਆਰਾ ਸਮੇਂ-ਸਮੇਂ 'ਤੇ ਇਸ਼ਤਿਹਾਰ ਦੁਆਰਾ ਨਵੇਂ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਚਾਹਵਾਨ ਵਿਦਿਆਰਥੀ ਲਾਹਾ ਲੈ ਸਕਣ। ਜਿਵੇਂ ਸਿੱਖਿਆ ਸੰਬੰਧੀ ਇਸ਼ਤਿਹਾਰ ਹੈ, ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਦੂਰਵਰਤੀ ਸਿੱਖਿਆ ਅਧੀਨ ਘਰ ਬੈਠੇ BA, MA, BSc, MSc, BCom, MCom, ਵੱਖ-ਵੱਖ ਕਿਸਮ ਦੇ ਡਿਪਲੋਮੇ ਆਦਿ ਪਾਰਦਰਸ਼ੀ ਢੰਗ ਨਾਲ ਯੂਨੀਵਰਸਿਟੀ ਨਿਯਮਾਂ ਅਨੁਸਾਰ ਕਰਨ ਲਈ ਮਿਲੋ। ਫੀਸ ਨਿਯਮਾਂ ਅਨੁਸਾਰ। ਸ਼ਾਮ ਨੂੰ ਜਮਾਤਾਂ। ਮਿਲੋ ਗੁਰਵਰਿੰਦਰ ਸਿੰਘ ਨਾਗਰਾ ਕੋਚਿੰਗ ਸੈਂਟਰ ਨੇੜੇ DAV ਕਾਲਜ ਹੁਸ਼ਿਆਰਪੁਰ। ਇਸ ਤਰ੍ਹਾਂ ਅਸੀਂ ਸਿੱਖਿਆ ਸੰਬੰਧੀ ਇਸ਼ਤਿਹਾਰਾਂ ਤੋਂ ਲਾਹਾ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣੇ ਗਿਆਨ ਅਤੇ ਯੋਗਤਾ ਦੇ ਵਿੱਚ ਵਾਧਾ ਕਰ ਸਕਦੇ ਹਾਂ। ਇਹ ਸੀ 11ਵੀਂ ਜਮਾਤ ਦੇ ਲਾਜ਼ਮੀ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਇਸ਼ਤਿਹਾਰ, ਜਿਨ੍ਹਾਂ ਦੇ ਰਾਹੀਂ ਅਖਬਾਰ, ਰੇਡੀਓ ਅਤੇ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਕੋਈ ਵੀ ਸੂਚਨਾ ਜਾਂ ਜਾਣਕਾਰੀ ਥੋੜ੍ਹੇ ਸਮੇਂ ਵਿੱਚ ਬਹੁਤੇ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ। ਸਮੂਹ ਸੂਝਵਾਨ ਨਾਗਰਿਕਾਂ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਟੈਲੀਵਿਜ਼ਨ, ਰੇਡੀਓ, ਅਖਬਾਰਾਂ ਜਾਂ ਰਿਸਾਲਿਆਂ ਵਿੱਚ
ਛਪਦੇ ਇਸ਼ਤਿਹਾਰਾਂ 'ਤੇ ਅਮਲ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ। ਧੰਨਵਾਦ। ਕਿੰਨੀ ਬਣੀ ਵੇਖਿਓ।